ਜੈ ਮਸੀਹ ਦੀ ਸਾਰਿਆਂ ਨੂੰ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ। ਹੋਰ ਜੇਕਰ ਕਿ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਆਪਾਂ ਲੋਕਾਂ ਤੱਕ ਪਹੁੰਚ ਸਕੀਏ। ਤੇ ਅੱਜ ਮੈਂ ਤੁਹਾਡੇ ਨਾਲ ਵੰਡਣਾ ਚਾਹੁੰਦੀ ਹਾਂ ਇਸ ਵਚਨ ਤੋਂ। ਮਰਕੁਸ 4 ਚ ਲਿਖਿਆ ਪਿਆ ਕਿ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ, ਆਓ ਅਸੀਂ ਨਦੀ ਦੇ ਉਸ ਪਾਰ ਚੱਲੀਏ। ਤੇ ਜਦੋਂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਆਓ ਅਸੀਂ ਉਸ ਨਦੀ ਦੇ ਉਸ ਪਾਰ ਚੱਲੀਏ, ਵਿੱਚ ਕੀ ਹੋਇਆ? ਵਿੱਚ ਤੂਫਾਨ ਆ ਗਿਆ। ਔਰ ਜਦੋਂ ਉੱਥੇ ਤੂਫਾਨ ਆਇਆ ਔਰ ਚੇਲੇ ਕੀ ਹੋਏ? ਉਹ ਡਰ ਗਏ। ਉਹ ਜਦੋਂ ਡਰ ਗਏ ਤੇ ਉਹ ਯਿਸੂ ਮਸੀਹ ਨੂੰ ਕਹਿਣ ਲੱਗੇ, ਉੱਠ ਉੱਠ। ਉਸ ਤੋਂ ਪਹਿਲੇ ਅਗਰ ਆਪਾਂ 2 ਮਿੰਟ ਲਈ ਮੈਡੀਟੇਟ ਕਰੀਏ, ਸੋਚੀਏ ਇਹਦੇ ਬਾਰੇ ਕਿ ਜਦੋਂ ਤੂਫਾਨ ਆਇਆ ਹੋਣਾ ਉਹਨਾਂ ਦੀ ਹਾਲਤ ਕੀ ਹੋਣੀ। ਉਹ ਸੋਚਦੇ ਹੋਣੇ ਆਪਾਂ ਅੱਜ ਡੁੱਬ ਜਾਵਾਂਗੇ, ਮਰ ਜਾਵਾਂਗੇ ਤੇ ਨਦੀ ਦੇ ਉਸ ਪਾਰ ਤਾਂ ਅਸੀਂ ਪਹੁੰਚ ਨਹੀਂ ਪਾਵਾਂਗੇ, ਹੈ ਨਾ। ਇਸੇ ਤਰ੍ਹਾਂ ਜੇ ਤੁਸੀਂ ਹੋਰ ਮੈਂ ਕਿਸੇ ਵੀ ਤੂਫਾਨਾਂ ਦਾ ਜਦੋਂ ਆਪਾਂ ਸਾਹਮਣਾ ਕਰਦੇ ਹਾਂ ਤਾਂ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀ ਨਾਉ 'ਚ ਕੌਣ ਹੈ, ਭੁੱਲ ਜਾਂਦੇ ਹਾਂ ਸਾਡਾ ਪਰਮੇਸ਼ਰ ਕੌਣ ਹੈ, ਅਸੀਂ ਕਿਹੜੇ ਪਰਮੇਸ਼ਰ ਦੀ ਸੇਵਾ ਕਰਦੇ ਹਾਂ, ਹੈ ਨਾ। ਤੇ ਜਦੋਂ ਬਹੁਤੇ ਡਰ ਗਏ ਤੇ ਉਹਨਾਂ ਨੇ ਯਿਸੂ ਮਸੀਹ ਨੂੰ ਉਠਾਇਆ, ਉੱਠ ਉੱਠ, ਤੈਨੂੰ ਚਿੰਤਾ ਨਹੀਂ ਹੈ ਕਿ ਅਸੀਂ ਡੁੱਬ ਜਾਵਾਂਗੇ। ਤੇ ਯਿਸੂ ਮਸੀਹ ਉੱਠੇ ਹੋਰ ਉਹਨਾਂ ਨੇ ਤੂਫਾਨ ਨੂੰ ਆਗਿਆ ਦਿੱਤੀ, ਹੋਰ ਤੂਫਾਨ ਉੱਥੇ ਥੰਮ ਗਿਆ। ਪ੍ਰੇਜ਼ ਗॉड। ਤੇ ਤੂਫਾਨ ਜਦੋਂ ਥੰਮ ਗਿਆ, ਪ੍ਰਭੂ ਦੀ ਮਹਿਮਾ ਹੋਏ ਔਰ ਸੱਚਮੁੱਚ ਉਹ ਨਦੀ ਦੇ ਉਸ ਪਾਰ ਪਹੁੰਚੇ। ਪ੍ਰੇਜ਼ ਗॉड। ਗੱਲ ਬਹੁਤ ਛੋਟੀ ਜਿਹੀ ਹੈ ਲੇਕਿਨ ਤੁਹਾਨੂੰ ਅੱਜ ਇਸ ਚੀਜ਼ ਨੂੰ ਪਕੜਨਾ ਹੈ ਕਿ ਤੁਹਾਨੂੰ ਪਰਮੇਸ਼ਰ ਨੇ ਰੈਮਾ ਵਰਡ, ਪਰਮੇਸ਼ਰ ਨੇ ਤੁਹਾਡੀ ਪਰਸਨਲ ਲਾਈਫ ਲਈ ਕਿਹੜਾ ਵਚਨ ਦਿੱਤਾ। ਕਿ ਉਹਨੇ ਕਿਹਾ ਅਸੀਂ ਤੈਨੂੰ ਮੈਂ ਇਸ ਜਗ੍ਹਾ ਤੇ ਇਸਤੇਮਾਲ ਕਰਾਂਗਾ, ਮੈਂ ਤੈਨੂੰ ਇਸ ਸਟੇਟ 'ਚ ਇਸਤੇਮਾਲ ਕਰਾਂਗਾ, ਜਾਂ ਮੈਂ ਤੈਨੂੰ ਤੇਰੀ ਪਰਿਸਥਿਤੀਆਂ 'ਚੋਂ ਬਾਹਰ ਕੱਢਾਂਗਾ, ਮੈਂ ਤੈਨੂੰ ਇਸ ਬਿਮਾਰੀ 'ਚੋਂ ਛੂ ਕੇ ਚੰਗਾ ਕਰਾਂਗਾ। ਕਿਹੜੀ ਗੱਲ ਹੈ ਜਿਹੜੀ ਪਰਮੇਸ਼ਰ ਨੇ ਤੁਹਾਨੂੰ ਕਹੀ ਪਈ ਹੈ? ਲੇਕਿਨ ਵਿੱਚ ਕੀ ਹੋ ਰਿਹਾ? ਕਦੀ ਕੁਝ ਹੋ ਜਾ ਰਿਹਾ, ਕਦੀ ਕੁਝ ਹੋ ਜਾ ਰਿਹਾ। ਤੁਹਾਡਾ ਜਿਹੜਾ ਵਿਸ਼ਵਾਸ ਹੈ ਉਹ ਡਗਮਗਾ ਰਿਹਾ। ਇਸ ਕਰਕੇ ਤੁਹਾਨੂੰ ਲੱਗਦਾ ਕਿ ਇਹ ਨਾ ਹੋਏ ਮੈਂ ਡੁੱਬ ਜਾਵਾਂ, ਇਹ ਨਾ ਹੋਏ ਕਿ ਮੈਂ ਅੱਗੇ ਨਾ ਚੱਲ ਪਾਵਾਂ, ਇਹ ਨਾ ਹੋਏ ਕਿ ਮੈਂ ਕਦੀ ਚੰਗੀ ਨਾ ਹੋਵਾਂ ਤੇ ਮੈਂ ਫਿਰ ਆਪਣਾ ਬੈੱਡ ਨਾ ਛੱਡ ਪਾਵਾਂ। ਮੈਨੂੰ ਨਹੀਂ ਪਤਾ ਤੁਸੀਂ ਕੀ ਫੇਸ ਕਰ ਰਹੇ ਹੋ, ਪਰ ਵਚਨ ਕੀ ਕਹਿੰਦਾ? ਯਿਸੂ ਨੇ ਤੁਹਾਡੇ ਲਈ ਖੋੜੇ ਖਾ ਲਿਆ। ਹਾਲੇਲੂਇਆ। ਤੁਸੀਂ ਵਚਨ ਵੱਲ ਜਾਓ, ਵਚਨ ਨੂੰ ਪਕੜ ਲਓ ਆਪਣੇ ਜੀਵਨ ਲਈ, ਹੋਰ ਉਸ ਨੂੰ ਹੀ ਕਲੇਮ ਕਰਨਾ ਸ਼ੁਰੂ ਕਰੋ। ਠੀਕ ਹੈ। ਹੋ ਸਕਦਾ ਤੁਸੀਂ ਕਿਸੇ ਐਸੀ ਪਰਿਸਥਿਤੀ 'ਚ ਨਾ ਵੀ ਹੋ ਤੇ ਲੇਕਿਨ ਤੁਸੀਂ ਮਿਨਿਸਟਰੀ 'ਚ ਨਿਕਲਣਾ ਚਾਹੁੰਦੇ ਹੋ ਤੇ ਬਾਰ-ਬਾਰ ਤੁਸੀਂ ਕੀ ਦੇਖਦੇ ਹੋ ਕਿ ਜਦ ਤੁਸੀਂ ਪ੍ਰਭੂ ਲਈ ਸਟੈਪ ਲੈਂਦੇ ਹੋ ਤੇ ਕਿਸੇ ਨਾ ਕਿਸੇ ਤੂਫਾਨ ਦਾ ਤੁਸੀਂ ਸਾਹਮਣਾ ਕਰਨ ਲੱਗਦੇ ਹੋ। ਉਹ ਤੂਫਾਨ ਤੁਹਾਨੂੰ ਪਾਰ ਕਰਕੇ ਦੂਜੇ ਪਾਰ ਜਾਣਾ ਪੈਣਾ। ਹਾਲੇਲੂਇਆ। ਕਿਉਂਕਿ ਯਿਸੂ ਤੁਹਾਡੀ ਨਾਉ 'ਚ ਹੀ ਹੈ, ਯਿਸੂ ਤੁਹਾਡੇ ਨਾਲ ਹੀ ਹੈ। ਉਹਨੂੰ ਪਤਾ ਉਹਨੇ ਕਦੋਂ ਤੁਹਾਡੇ ਤੂਫਾਨਾਂ ਨੂੰ ਥਾਮਣਾ ਹੈ ਤੇ ਉਹਨੇ ਕਦੋਂ ਚੁੱਪ ਰਹਿ ਕੇ ਦੇਖਣਾ ਕਿ ਤੁਸੀਂ ਕਰਦੇ ਕੀ ਪਏ ਉਸ ਤੂਫਾਨ 'ਚ। ਆਮੇਨ। ਹਾਲੇਲੂਇਆ। ਲੇਕਿਨ ਅਗਰ ਤੁਸੀਂ ਉਸ ਤੂਫਾਨ ਨੂੰ ਆਪਣੇ ਪਰਮੇਸ਼ਰ ਤੋਂ ਵੱਡਾ ਕਰ ਦਿੱਤਾ ਤੇ ਉਹ ਤੂਫਾਨ ਤੁਹਾਡੇ ਉੱਤੇ ਹਾਵੀ ਹੋ ਜਾਏਗਾ। ਜਦੋਂ ਵੀ ਤੁਸੀਂ ਤੂਫਾਨਾਂ ਦਾ ਸਾਹਮਣਾ ਕਰੋ ਕਲੀਸਿਆ, ਪਰਮੇਸ਼ਰ ਦੇ ਲੋਕੋ, ਇੱਕ ਗੱਲ ਯਾਦ ਰੱਖੋ, ਤੁਹਾਡੀ ਨਾਉ 'ਚ ਯਿਸੂ ਹੈ। ਜਦੋਂ ਉਹ ਚਾਹੇਗਾ ਉਹ ਉੱਠ ਕੇ ਉਸ ਤੂਫਾਨ ਨੂੰ ਥਾਮ ਦੇਗਾ ਔਰ ਤੁਸੀਂ ਸੱਚਮੁੱਚ ਨਦੀ ਦੇ ਉਸ ਪਾਰ ਜਾਓਗੇ। ਤੁਸੀਂ ਆਪਣੀ ਡੈਸਟੀਨੇਸ਼ਨ ਤੇ ਜਾਓਗੇ। ਜਿਸ ਯੋਜਨਾ ਨਾਲ ਪਰਮੇਸ਼ਰ ਨੇ ਤੁਹਾਨੂੰ ਚੁਣਿਆ ਹੈ ਉਹ ਲੈ ਕੇ ਜਾਏਗਾ। ਜਿਹੜਾ ਚਮਤਕਾਰ ਪਰਮੇਸ਼ਰ ਨੇ ਤੁਹਾਨੂੰ ਪ੍ਰੋਮਿਸ ਕੀਤਾ ਉਹ ਪੂਰਾ ਕਰੇਗਾ। ਜਾਂ ਫਿਰ ਕੁਝ ਵਰਡਸ ਜਿਹੜੇ ਤੁਹਾਨੂੰ ਪਰਸਨਲੀ ਪ੍ਰਭੂ ਨੇ ਦਿੱਤੇ, ਤੁਸੀਂ ਬੈਠੇ ਪ੍ਰਭੂ ਦੇ ਨਾਲ ਸਮੇਂ ਬਤੀਤ ਕੀਤਾ, ਪ੍ਰਭੂ ਨੇ ਕੁਝ ਵਚਨ ਤੁਹਾਨੂੰ ਦਿੱਤੇ ਜਾਂ ਫਿਰ ਆਪਣੇ ਦਾਸਾਂ ਦੇ ਥਰੂ ਬਹੁਤ ਸਾਰੇ ਵਚਨ ਦਿੱਤੇ ਉਹਨਾਂ ਨੇ, ਉਹ ਪੂਰੇ ਹੋਣਗੇ। ਤੁਸੀਂ ਉਹਨੂੰ ਡਿਕਲੇਅਰ ਕਰੋ। ਸਾਡੀ ਕਲੀਸਿਆ 'ਚ ਕੁਝ ਚੀਜ਼ਾਂ ਜਿਹੜੀਆਂ ਆਪਾਂ ਵੇਟ ਕਰ ਰਹੇ ਹਾਂ ਹਜੇ ਵੀ ਪੂਰੀ ਹੋਣ ਲਈ, ਤਾਂ ਕੁਝ 5-6 ਮਹੀਨੇ ਪਹਿਲੇ ਦੀ ਗੱਲ ਹੈ। ਪ੍ਰਭੂ ਨੇ ਕਿਹਾ ਇਹਨਾਂ ਵਚਨਾਂ ਨੂੰ ਕਲੇਮ ਕਰੋ। ਜਿਹੜੀ ਮੈਂ ਵਿਸ਼ਵਾਨੀਆਂ ਡ੍ਰੀਮਸ ਦਿੱਤੇ ਤੁਹਾਨੂੰ, ਉਹਨਾਂ ਨੂੰ ਹੱਥ ਰੱਖ ਕੇ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਤੁਸੀਂ ਸਾਡੇ ਜੀਵਨ 'ਚ ਪੂਰਾ ਕਰਨ ਜਾ ਰਹੇ। ਪ੍ਰੇਜ਼ ਦ ਲਾਰਡ। ਪਰਮੇਸ਼ਰ ਜ਼ਰੂਰ ਪੂਰਾ ਕਰੇਗਾ। ਉਹ ਵਾਅਦਿਆਂ ਦਾ ਪੱਕਾ ਪਰਮੇਸ਼ਰ ਹੈ। ਵਚਨ ਕਹਿੰਦਾ ਕਿ ਉਹਦੀ ਸਾਰੀ ਵਚਨ, ਉਸਦੇ ਸਾਰੇ ਪ੍ਰੋਮਿਸਸ ਹਾਂ ਔਰ ਆਮੀਨ ਹੈ। ਪ੍ਰਿਥਵੀ ਔਰ ਆਕਾਸ਼ ਤੇ ਟਲ ਜਾਣਗੇ ਲੇਕਿਨ ਉਸਦਾ ਵਚਨ ਕਦੀ ਟਲੇਗਾ ਨਹੀਂ। ਤੇ ਜੋ ਉਹਨੇ ਵਚਨ ਕਿਹਾ ਹੈ ਉਹ ਤੁਹਾਡੇ ਜੀਵਨ 'ਚ ਜ਼ਰੂਰ ਪੂਰਾ ਹੋਏਗਾ ਕਲੀਸਿਆ। ਤੇ ਮੈਂ ਤੁਹਾਨੂੰ ਇਨਕਰੇਜ ਕਰਨਾ ਚਾਹੁੰਦੀ ਹਾਂ ਅੱਜ ਦੀ ਸਵੇਰੇ ਇੱਕ ਵਾਰ ਫਿਰ ਉਤਸ਼ਾਹਿਤ ਕਰਦੀ ਹਾਂ ਕਿ ਤੁਸੀਂ ਉੱਠੋ, ਉਸ ਟੌਮ 'ਚੋਂ ਫਿਰ ਬਾਹਰ ਆਓ ਔਰ ਸੱਚਮੁੱਚ ਨਦੀ ਦੇ ਉਸ ਪਾਰ ਜਾਓ। ਕਿਉਂਕਿ ਤੁਹਾਡਾ ਪਰਮੇਸ਼ਰ ਤੂਫਾਨਾਂ ਨੂੰ ਥਾਮਣ ਵਾਲਾ, ਬਿਮਾਰੀਆਂ 'ਚੋਂ ਕੱਢਣ ਵਾਲਾ, ਫਾਈਨੈਂਸ਼ੀਅਲ ਬ੍ਰੇਕ ਥਰੂ ਦੇਣ ਵਾਲਾ, ਹਰ ਇੱਕ ਪਰਿਸਥਿਤੀ ਨੂੰ ਸੰਭਾਲਣ ਵਾਲਾ, ਉਹ ਅੱਜ ਵੀ ਤੁਹਾਡੀ ਨਾਉ 'ਚ ਹੈ। ਉਹਨੇ ਤੁਹਾਨੂੰ ਛੱਡਿਆ ਨਹੀਂ ਹੈ। ਭਾਵੇਂ ਤੂਫਾਨ ਕਿੰਨਾ ਵੀ ਇੰਟੈਂਸੀਫਾਈਡ ਹੋਏ, ਉਹਨੇ ਤੁਹਾਨੂੰ ਛੱਡਿਆ ਨਹੀਂ ਹੈ। ਕਿੰਨਾ ਵੀ ਜ਼ਿਆਦਾ ਤੂਫਾਨ ਕਿਉਂ ਨਾ ਹੋਏ, ਪ੍ਰੇਜ਼ ਗॉड, ਪ੍ਰਭੂ ਤੁਹਾਨੂੰ ਬਚਾਉਣ ਦੀ, ਸੰਭਾਲਣ ਦੀ, ਉਸ ਪਰਿਸਥਿਤੀ 'ਚ ਆਪਣੀ ਮਹਿਮਾ ਲੈਣ ਦੀ ਤਾਕਤ ਰੱਖਦਾ ਹੈ। ਹਾਲੇਲੂਇਆ। ਤੇ ਕਿਉਂ ਕਰਨਾ? ਇੱਕ ਵਾਰ ਫਿਰ ਅਸੀਂ ਅੱਜ ਦੇ ਦਿਨ ਵਚਨ 'ਚ ਵਾਪਸ ਜਾਈਏ। ਪ੍ਰਭੂ ਨੇ ਕਿਹੜੇ ਪ੍ਰੋਮਿਸਸ ਤੁਹਾਨੂੰ ਦਿੱਤੇ ਹੈ ਜਿੱਥੇ ਤੁਹਾਡਾ ਫੇਥ, ਤੁਹਾਡਾ ਵਿਸ਼ਵਾਸ ਡਗਮਗਾ ਗਿਆ ਹੋਰ ਤੁਹਾਨੂੰ ਲੱਗਦਾ ਨਹੀਂ ਇਹ ਪੂਰਾ ਨਹੀਂ ਹੋਣਾ, ਇੱਦਾਂ ਨਹੀਂ ਹੋ ਸਕਦਾ। ਉਹ ਸ਼ੈਤਾਨ ਦਾ ਆਤਮਾ ਹੈ, ਉਹ ਝੂਠ ਦਾ ਆਤਮਾ ਹੈ। ਉਹਨੂੰ ਤੁਸੀਂ ਡਾਟੋ, ਆਪਣੇ ਜੀਵਨ 'ਚੋਂ ਦੂਰ ਕਰੋ। ਫਿਰ ਤੋਂ ਵਚਨ ਨੂੰ ਲਓ, ਕਿਉਂਕਿ ਵਿਸ਼ਵਾਸ ਸੁਣਨ ਤੋਂ ਔਰ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ। ਫਿਰ ਵਚਨ ਨੂੰ ਲਓ, ਡਿਕਲੇਅਰ ਕਰੋ, ਐਟਮੋਸਫੇਅਰ 'ਚ ਭੇਜੋ, ਵਿਸ਼ਵਾਸ ਕਰੋ ਕਿ ਜੋ ਤੁਸੀਂ ਬੋਲਦੇ ਪਏ ਹੋ ਉਹੀ ਪੂਰਾ ਹੋ ਜਾਣਾ। ਆਮੀਨ। ਤੇ ਮੈਂ ਤੁਹਾਨੂੰ ਇਹੀ ਕਹਾਂਗੀ, ਫਿਰ ਇਸੀ ਚੀਜ਼ ਨਾਲ ਛੋੜਾਂਗੀ ਕਿ ਸੱਚਮੁੱਚ ਤੁਸੀਂ ਨਦੀ ਦੇ ਉਸ ਪਾਰ ਜਾ ਰਹੇ ਹੋ
ਕਿਉਂਕਿ ਪਰਮੇਸ਼ਰ ਨੇ ਤੁਹਾਡੇ ਵਾਸਤੇ ਅੱਛੀ ਡੈਸਟੀਨੇਸ਼ਨ ਰੱਖੀ ਹੈ, ਉਹਨੇ ਤੁਹਾਡੇ ਲਈ ਅੱਛੀ ਯੋਜਨਾਵਾਂ ਰੱਖੀਆਂ, ਤੇ ਉਸ ਚੀਜ਼ ਨੂੰ ਪਕੜੋ ਔਰ ਤੂਫਾਨਾਂ ਵੱਲ ਨਾ ਦੇਖੋ। ਮੈਂ ਛੋਟੀ ਜਿਹੀ ਗਵਾਹੀ ਵੰਡਾਂਗੀ ਆਪਣੀ। 2016 ਦੀ ਗੱਲ ਹੈ, ਜਨਵਰੀ ਦਾ ਮਹੀਨਾ ਸੀ। ਮੈਂ ਕਾਫੀ ਵੱਡਾ ਸਟਾਰਮ ਫੇਸ ਕੀਤਾ। ਮਤਲਬ ਮੈਂ ਜਦੋਂ ਦੀ ਪ੍ਰਭੂ 'ਚ ਆਈ ਹਾਂ, ਕੁਛ ਨਾ ਕੁਛ ਫੇਸ ਕਰਦੀ ਰਹਿੰਦੀ ਹਾਂ, ਔਰ ਉਸ ਜਦੋਂ ਮੈਂ ਉਸ ਪਰਿਸਥਿਤੀ 'ਚੋਂ ਹੋ ਕੇ ਨਿਕਲਦੀ ਹਾਂ ਤਾਂ ਕੀ ਹੁੰਦਾ ਮੇਰੇ ਨਾਲ, ਉਸ ਪਰਿਸਥਿਤੀ 'ਚ ਪ੍ਰਭੂ ਮੈਨੂੰ ਕੁਝ ਨਵੀਆਂ ਚੀਜ਼ਾਂ ਰੈਵਲੇਸ਼ਨਸ ਦਿੰਦਾ ਔਰ ਉਹ ਮੇਰਾ ਮੈਸੇਜ ਬਣ ਜਾਂਦਾ। ਤਾਂ ਇਸੇ ਤਰ੍ਹਾਂ ਜਦੋਂ ਮੈਂ ਕੁਝ ਪ੍ਰੋਬਲਮਸ ਵਿੱਚੋਂ ਜਾ ਰਹੀ ਸੀ 2016 ਵਿੱਚ, ਤਾਂ ਮੈਂ ਬਹੁਤ ਜ਼ਿਆਦਾ ਆਵਾਜ਼ ਸੁਣਨੀ ਸ਼ੁਰੂ ਕੀਤੀ, ਤੂੰ ਮਿਨਿਸਟਰੀ ਛੱਡ ਦੇ, ਤੂੰ ਇਹ ਛੱਡ ਦੇ, ਤੂੰ ਉਹ ਛੱਡ ਦੇ, ਤੂੰ ਨਹੀਂ ਕਰਨੀ ਮਿਨਿਸਟਰੀ। ਮੈਨੂੰ ਬਹੁਤ ਆਵਾਜ਼ਾਂ ਆ ਰਹੀਆਂ ਸੀਗੀਆਂ। ਤਾਂ ਪਰਮੇਸ਼ਰ ਨੇ ਮੈਨੂੰ ਟੋਰਮੈਂਟਿੰਗ ਸਪਿਰਿਟਸ ਦੇ ਬਾਰੇ ਸਿਖਾਉਣਾ ਸ਼ੁਰੂ ਕੀਤਾ। ਤਾਂ ਮੈਂ ਟੋਰਮੈਂਟਿੰਗ ਸਪਿਰਿਟਸ ਦੇ ਉੱਪਰ ਅਥਾਰਟੀ ਲਿੱਤੀ। ਮੈਂ ਕਿਹਾ ਹਾਂ ਮੈਂ ਸੇਵਾ ਕਰਾਂਗੀ, ਮੇਰਾ ਪਰਮੇਸ਼ਰ ਮੈਨੂੰ ਇਸ ਪਰਿਸਥਿਤੀ 'ਚ ਵੀ ਸੰਭਾਲੇਗਾ। ਆਮੀਨ। ਤਾਂ ਪ੍ਰਭੂ ਨੇ ਮੈਨੂੰ ਇੱਕ ਵਚਨ ਦਿੱਤਾ। ਮੈਂ ਕਿਹਾ ਪ੍ਰਭੂ ਮੈਨੂੰ ਬਹੁਤ ਸ਼ਰਮ ਆ ਰਹੀ, ਕਿਉਂਕਿ ਮੇਰੇ ਹਸਬੈਂਡ ਨਾਲ ਕੋਈ ਪ੍ਰੋਬਲਮ ਚੱਲ ਰਹੀ ਸੀਗੀ। ਮੈਂ ਕਿਹਾ ਪ੍ਰਭੂ ਮੈਨੂੰ ਬਹੁਤ ਔਡ ਲੱਗ ਰਿਹਾ, ਮੈਨੂੰ ਮਾਰਕੀਟ 'ਚੋਂ ਨਿਕਲਦੇ ਵੀ ਔਡ ਲੱਗ ਰਿਹਾ। ਤਾਂ ਪ੍ਰਭੂ ਨੇ ਮੈਨੂੰ ਮਰੀਮ ਦਾ ਯਾਦ ਦਿਲਾਇਆ। ਪ੍ਰਭੂ ਕਹਿੰਦਾ ਮਰੀਮ ਤੋਂ ਜ਼ਿਆਦਾ ਸ਼ਰਮ ਆ ਰਹੀ ਹੈ ਤੈਨੂੰ। ਆਮੀਨ। ਰੀਬਾ ਸੰਦੇ ਸਿੱਖਾ ਤਰਵਾ ਸਭ ਮਰੀਮ ਬਾਰੇ ਜਾਣਦੇ ਹਾਂ। ਜਦੋਂ ਤੁਸੀਂ ਇਸ ਵਚਨ ਨੂੰ ਸੁਣ ਕੇ ਹਟੋ ਤਾਂ ਤੁਸੀਂ ਬੈਠ ਕੇ ਉਸ 'ਤੇ ਮਧਿਅਸਥਤਾ ਕਰੋ, ਮੈਡੀਟੇਟ ਕਰੋ, ਹੋਰ ਪਰਮੇਸ਼ਰ ਨੂੰ ਕਹੋ, ਟੈਲ ਗੋਡ ਪਰਮੇਸ਼ਰ ਮਰੀਮ ਨੂੰ ਕਿੰਨੀ ਟਫ ਪਰਿਸਥਿਤੀ 'ਚ ਹੋ ਕੇ ਜਾਣਾ ਪਿਆ ਹੁਣ, ਤੇ ਜਦ ਤੂੰ ਇੰਨੀ ਸਫਰਿੰਗ 'ਚੋਂ ਗਿਆ ਤਾਂ ਅਸੀਂ ਕਿਉਂ ਨਹੀਂ ਸਫਰਿੰਗ 'ਚ ਜਾਵਾਂਗੇ। ਪ੍ਰਭੂ ਕਰਾਊਨ ਤੋਂ ਪਹਿਲੇ ਕ੍ਰਾਸ ਹੈ, ਜਿਸ ਤੋਂ ਪਹਿਲੇ ਕਿ ਸਾਨੂੰ ਤੂੰ ਕੋਈ ਮੁਕਟ ਦੇ, ਉਸ ਤੋਂ ਪਹਿਲੇ ਸਾਨੂੰ ਕਰੂਸ ਉਠਾਉਣਾ ਪੈਣਾ। ਤੇ ਅੱਜ ਤੁਸੀਂ ਕਰੂਸ ਨੂੰ ਉਠਾ ਰਹੇ ਹੋ, ਜੇਕਰ ਵਿਸ਼ਵਾਸ ਕਰੋ ਪਰਮੇਸ਼ਰ ਤੁਹਾਡੇ ਨਾਲ ਹੀ ਹੈ, ਉਹ ਤੁਹਾਨੂੰ ਛੋੜੇਗਾ ਨਹੀਂ। ਤੁਸੀਂ ਉਸ ਦੀ ਮਰਜ਼ੀ ਪੂਰੀ ਕਰਦੇ ਰਹੋ, ਚੱਲਦੇ ਰਹੋ, ਤੇ ਪਰਮੇਸ਼ਰ ਤੁਹਾਡਾ ਸਾਥ ਦਿੰਦਾ ਰਹੇਗਾ। ਤੇ ਉਸ ਟਾਈਮ ਜਦੋਂ ਪਰਮੇਸ਼ਰ ਨੇ ਮੈਨੂੰ ਸੰਭਾਲਣਾ ਸ਼ੁਰੂ ਕੀਤਾ, ਸਿਖਾਉਣਾ ਸ਼ੁਰੂ ਕੀਤਾ, ਉੱਥੋਂ ਮੈਂ ਸਟਾਰਮਸ ਬਾਰੇ ਸਿੱਖਿਆ ਕਿ ਸਟਾਰਮਸ ਤੇ ਆਉਣਗੇ ਹੀ। ਹੋਰ ਫਿਰ ਇਸ ਚੈਪਟਰ ਨੂੰ ਮੈਂ ਪੜ੍ਹਿਆ, ਮਰਕੁਸ ਉਹਦੇ 4 ਚੈਪਟਰ ਨੂੰ, ਤਾਂ ਮੈਂ ਉੱਥੇ ਦੇਖਿਆ ਕਿ ਸਟਾਰਮਸ ਤੇ ਆਉਣਗੇ ਹੀ, ਕਿਉਂਕਿ ਤੁਹਾਡੀ ਹੋਰ ਮੇਰੀ ਬੁਲਾਹਟ ਹੀ ਇਸ ਤਰ੍ਹਾਂ ਦੀ ਹੈ। ਕੋਈ ਸੌਖਾ ਕੰਮ ਨਹੀਂ ਹੈ ਪ੍ਰਭੂ ਦੇ ਪਿੱਛੇ ਚੱਲਣਾ। ਹਾਂ, ਲੇਕਿਨ ਇੱਕ ਗੱਲ ਹੈ ਕਿ ਉਹਨੇ ਸਾਨੂੰ ਛੱਡਿਆ ਨਹੀਂ ਹੈ। Bible says that, even if you walk through the valley of shadow of death, he's going to be with you. You're not going to fear because God is going to be with you. अगर आप घोर अंधकार से भरी हुई तराई में से होके क्यों नहीं चलेंगे, आपको डरना नहीं है, क्योंकि प्रभु आपके साथ है। परमेश्वर ਤੁਹਾਡੇ ਨਾਲ ਹੀ ਹੈ। ਹਾਲੇਲੂਇਆ। ਜਦੋਂ ਪ੍ਰਭੂ ਤੁਹਾਡੇ ਨਾਲ ਹੈ ਕਲੀਸਿਆ, ਚੱਲਦੇ ਰਹੋ, ਵੱਧਦੇ ਰਹੋ, ਤੇ ਤੂਫਾਨਾਂ ਨੂੰ ਪਿੱਛੇ ਛੋੜੋ। ਇਹ ਦੇਖੋ ਕਿ ਤੁਹਾਡਾ ਪਰਮੇਸ਼ਰ ਕਿੰਨਾ ਵੱਡਾ ਹੈ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਯਿਸੂ ਦੇ ਨਾਮ 'ਚ। ਆਮੇਨ। ਫਿਰ ਮਿਲਾਂਗੇ।